कल ग्रुप अंदर लिख पाया सी, कहो कबीर प्रगट भई खेड, लेले कहो चुंगे नित भेड़। इन्हां पंक्तियां की व्याख्या की हुई है। थल्ले दो पंक्तियां च सो तत् सार यह है कि मन की मर्जी नाल कोई काम ना करो, बुद्धि नाल सोच विचार के ध्यान नाल करो जी। थल्ले होर हिदायतां लिखियां होईयां हन। ते कल शायद गल पूरी नहीं होई है ते अज होर भी लिख पाया है कि मन इमोशनल है, सोच के काम नहीं करता। अगर असीं बुद्धि नाल मत नाल गुरबाणी अनुसार काम करांगे तो ठीक ही होवेगा। हुण मैं पुछदा हाँ, बलविंदर सिंह नूं कि तुसीं माई बारे कहा सी जिहड़ी पाठां दी गिणती मिणतियां कर रही सी, भी मानसिक रोगी है। हुण जिहड़ियां गिणतियां मिणतियां कर रहे हन पाठां दीयां, वो मानसिक रोगी होणगे ही ना। प्रभु दे प्यारे गिणतियां मिणतियां थोड़ी करदे। पर यह जो सज्जण है इन्हें अपना नाम इत्थे लिखिया है, गुरशरण सिंह गिल। ये भी रोगी है। यह तुहानू शायद ही पूरा पूरा ख्याल विच आया होवे, क्योंकि तुसीं भी इसे रोग दे नाल ग्रस्त हो। ज़्यादातर धार्मिक लोग, समाजिक तो है ही, संसारिक तो है नहीं, धार्मिक लोग इसे रोग दे नाल ही अक्सर ग्रस्त हुंदे हन। फिर दूसरी गल यह है कि यह रोग मूल है, ਇਹਦਾ पता नहीं लगता, ये जड़ां च है। जिवें दरख्त बाहर हुंदा है, जड़ां धरती च हुंदियां ते दिखदियां नहीं, इदां मूल रोग है। बड़े बड़े फिलासफर, ज्ञानी, विचारक बहुत जिन्हां नूं ज्ञान है ना, बड़ियां ज्ञान दीयां गल्लां करदे हैं, उन्हां नूं भी इस रोग दा पता नहीं लगता है। वड्डे वड्डे पंडितां नूं ते यह रोग भी मूल है। फिर इस रोग तो अगे फिर रोग पैदा होंदे हैं। मुढ़ला रोग है, इनू कहा जाता है समझदारी का रोग। इसे समझदारी दे रोग करके ही दुख पैदा होंदा है। एक मैं अक्सर ही जो ईसाईयत की कहानी है तो वह मिथ्यास ही, पर है बहुत ढुकवीं। प्रीति कर्ज ने लिखी होएगी, वो थोड़ा जिहा अध्यात्म नूं जानदा ही होवेगा। भी आदम नूं मना कीता सी, ज्ञान का फल नहीं खाना है बगीचे दे विच जो लगा होया।
ਪਰ ਉਹ ਨਹੀਂ ਮੰਨਿਆ, ਉਹਨੇ ਖਾ ਲਿਆ ਗਿਆਨ ਦਾ ਫਲ। ਛੱਡਣ ਯੋਗ ਵੀ ਨਹੀਂ ਹੈ, ਹਰ ਇੱਕ ਕੋਈ ਖਾਣ ਨੂੰ ਤਿਆਰ ਹੈ। ਅਤੇ ਜਦੋਂ ਖਾ ਲਿਆ ਤਾਂ ਬਗੀਚੇ ਤੋਂ ਬਾਹਰ ਹੋ ਗਈ, ਸਵਰਗ ਦੇ ਦੁੱਖਾਂ ਦੇ ਵਿੱਚ ਪੈ ਗਈ, ਦੁੱਖਾਂ ਦੀ ਸ਼ੁਰੂਆਤ ਹੋ ਗਈ ਗਿਆਨ ਦੇ ਫਲ ਕਰਕੇ, ਕਹਿ ਲਈਏ ਸਮਝ ਕਰਕੇ। ਜਿੰਨਾ ਚਿਰ ਬੱਚੇ 'ਚ ਸਮਝ ਨਹੀਂ ਹੈ ਉਹਨਾਂ ਚਿਰ ਉਹ ਸਵਰਗ ਦੇ ਵਿੱਚ ਹੀ ਹੁੰਦਾ ਹੈ। ਸਮਝਦਾਰੀ ਆਈ, ਬੱਚਾ ਇਹ ਸੋਚਦਾ ਹੈ ਵੀ ਸਮਝਦਾਰੀ ਮੈਨੂੰ ਜ਼ਿਆਦਾ ਹੋਵੇਗੀ ਅਤੇ ਜ਼ਿਆਦਾ ਮੈਂ ਸੁਖੀ ਹੋਵਾਂਗਾ। ਇਵੇਂ ਸੋਚਦੇ ਹਨ ਆਮ ਨੌਜਵਾਨ ਵੀ ਜ਼ਿਆਦਾ ਸਮਝ ਹੋ, ਜ਼ਿਆਦਾ ਧਨ ਕਮਾਊਂ, ਪੈਸਾ ਕਮਾਊਂ, ਗਿਆਨ ਕਮਾਊਂ। ਸਮਝ ਜ਼ਿਆਦਾ ਹੋਊਗੀ ਅਤੇ ਸੁੱਖ ਵੀ ਜ਼ਿਆਦਾ ਹੀ ਮਾਣੂੰਗਾ ਨਾ ਮੈਂ। ਤੁਸੀਂ ਵੀ ਖਿਆਲ ਕਰੋ, ਤੁਹਾਡੇ ਵੀ ਖਿਆਲ ਵਿੱਚ ਇਹੋ ਹੀ ਗੱਲ ਆਵੇਗੀ ਵੀ ਸਮਝ ਜ਼ਿਆਦਾ ਹੋਵੇ ਬੰਦੇ ਨੂੰ ਤਾਂ ਜ਼ਿਆਦਾ ਸੁਖੀ ਨਹੀਂ ਹੋਣਾ ਚਾਹੀਦਾ। ਤੁਸੀਂ ਅਕਸਰ ਇਹੋ ਹੀ ਸੁਣਿਆ ਹੋਵੇਗਾ, ਵਿਦਵਾਨਾਂ ਨੂੰ ਵੀ ਕਹਿੰਦੇ ਵੀ ਸਮਝਦਾਰ ਬਣੋ ਸੁਖੀ ਰਹੋਗੇ, ਕਿਉਂਕਿ ਵਿਦਵਾਨਾਂ ਨੂੰ ਵੀ ਇਹੋ ਹੀ ਭੁਲੇਖਾ ਹੈ ਨਾ ਵੀ ਸਮਝਦਾਰੀ ਸੁੱਖ ਦਿੰਦੀ ਹੈ, ਪਰ ਅਧਿਆਤਮ 'ਚ ਉਲਟੀ ਗੱਲ ਕਹੀ ਜਾਂਦੀ। ਉੱਥੇ ਕਿਹਾ ਜਾਂਦਾ ਹੈ ਸਮਝਦਾਰੀ ਹੀ ਦੁੱਖ ਦਾ ਮੂਲ ਕਾਰਨ ਹੈ। ਇਹੋ ਹੀ ਭਟਕਾਉਂਦੀ ਹੈ। ਇਹ ਰੋਗ ਫਿਰ ਜਨਮਾਂ ਜਨਮਾਂਤਰਾਂ ਤੱਕ ਭਟਕਾਉਂਦਾ ਹੈ। ਐਸਾ ਕਿਹਾ ਵੀ ਹੈ ਨਾ ਸਤਿਗੁਰਾਂ ਨੇ, ਜੋ ਇਹ ਜਾਣੇ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੇਂ ਫਿਰਤਾ। ਕਹਿੰਦੇ ਜਦੋਂ ਇਹ ਸੋਚਦਾ ਹੈ ਨਾ ਮੈਂ ਕੁਛ ਕਰ ਸਕਦਾ ਹਾਂ, ਵੀ ਮੈਂ ਆਪਣੇ ਮਨ ਨੂੰ ਪਿੱਛੇ ਲਾ ਸਕਦਾ ਹਾਂ, ਬੁੱਧੀ ਦੁਆਰਾ, ਸਮਝ ਦੁਆਰਾ ਰੋਕ ਸਕਦਾ, ਇੱਦਾਂ ਹੀ ਸੋਚ ਰਿਹਾ ਹੈ ਨਾ ਇਹ ਵੀ ਨੌਜਵਾਨ। ਬੁੱਧੀ ਦੇ ਸਹਾਰੇ ਮਨ ਨੂੰ ਰੋਕਣਾ, ਰੋਕ ਸਕਦਾ। ਜਬ ਇਹ ਜਾਣੇ ਮੈਂ ਕਰ ਸਕਦਾ, ਰੋਕ ਸਕਦਾ, ਕੀ ਨਹੀਂ ਕਰ ਸਕਦਾ ਹਾਂ ਮੈਂ। ਅਤੇ ਹਰ ਇੱਕ ਨੂੰ ਭਰਮ ਹੈ ਇਹੋ ਹੀ, ਮੇਰੇ 'ਚ ਕੋਈ ਸਮਝ ਘੱਟ ਹੈ, ਮੈਂ ਸਮਝ ਕੇ ਕੀ ਨਹੀਂ ਕਰ ਸਕਦਾ। ਅਤੇ ਸਮਝਦਾਰੀ ਦਾ ਹੰਕਾਰ, ਮੈਂ ਕਰ ਸਕਦਾ ਹਾਂ, ਕਰਤਾ ਭਾਵ ਇਹੋ ਹੀ ਭਟਕਾਉਂਦਾ ਹੈ। ਅਤੇ ਇਹ ਮੂਲ ਜਿਹੜੀ ਬਿਮਾਰੀ ਹੈ ਨਾ, ਪਹਿਲੀ ਗੱਲ ਤਾਂ ਸਮਝ ਵਿੱਚ ਨਹੀਂ ਆਉਂਦੀ ਸਾਡੀ ਵੱਡੇ ਵੱਡੇ ਵਿਦਵਾਨਾਂ ਨੂੰ, ਕਿਸੇ ਨੂੰ ਨਹੀਂ ਆਉਂਦੀ। ਉਹਨੂੰ ਹੀ ਸਮਝ ਵਿੱਚ ਆਉਂਦੀ ਹੈ ਜਿਹੜਾ ਇਸ ਬਿਮਾਰੀ ਤੋਂ ਬਾਹਰ ਹੋਇਆ ਹੈ। ਫਿਰ ਦੂਸਰੀ ਗੱਲ ਇਹ ਹੈ ਵੀ ਇਸ ਬਿਮਾਰੀ ਨੂੰ ਕੋਈ ਦੱਸਦਾ ਵੀ ਨਹੀਂ ਹੈ, ਇਹ ਵੀ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਹੋਰ ਤੁਹਾਡੀਆਂ ਸਾਰੀਆਂ ਬਿਮਾਰੀਆਂ ਬਾਹਰੋਂ ਦੱਸ ਦਿੰਦੇ ਹਨ ਵਿਦਵਾਨ, ਵੀ ਤੁਸੀਂ ਕਾਮੀ ਹੋ, ਕ੍ਰੋਧੀ ਹੋ, ਉਹ ਵੀ ਡਰਦੇ ਡਰਦੇ ਦੱਸਦੇ ਤੇ ਉਹ ਵੀ ਨਹੀਂ ਹੈ, ਵੀ ਲੋਕ ਨਾਰਾਜ਼ ਹੋ ਜਾਂਦੇ ਹਨ। ਪਰ ਇਹ ਬਿਮਾਰੀ ਜਦੋਂ ਕੋਈ ਦੱਸਦਾ ਹੈ ਜ਼ਿਆਦਾ ਨਾਰਾਜ਼ਗੀ ਹੁੰਦੀ ਹੈ। ਤੁਸੀਂ ਦੇਖਿਆ ਹੈ, ਕੋਈ ਤੁਹਾਨੂੰ ਬੁੱਧੀਹੀਨ ਕਹਿ ਦੇ, ਮੂਰਖ ਕਹਿ ਲਏ, ਬੇਸਮਝ ਕਹਿ ਲਏ, ਅਗਿਆਨੀ ਕਹਿ ਦੇ, ਕਿੰਨੀ ਨਾਰਾਜ਼ਗੀ ਨਹੀਂ ਹੁੰਦੀ। ਸਭ ਤੋਂ ਵੱਧ ਨਾਰਾਜ਼ਗੀ ਹੁੰਦੀ। ਅਤੇ ਇਹ ਨਾਰਾਜ਼ਗੀ ਵਾਲਾ ਕੰਮ ਜਿਹੜਾ ਹੈ ਨਾ, ਇਹ ਉਹਨਾਂ ਦੇ ਹਿੱਸੇ ਹੀ ਆਇਆ ਹੈ ਜਿਹੜੇ ਵਾਸਤਵਿਕ ਦੇ ਵਿੱਚ ਹਿੱਤ ਕਰਦੇ ਹਨ, ਜਿਨ੍ਹਾਂ ਨੂੰ ਤੁਹਾਡੇ 'ਤੇ ਦਇਆ ਹੈ। ਕਿਉਂਕਿ ਉਹ ਸੋਚਦੇ ਹਨ ਵੀ ਅਗਰ ਤੁਸੀਂ ਨਾਰਾਜ਼ ਵੀ ਹੋ ਜਾਓ ਤਾਂ ਵੀ ਕੋਈ ਨਹੀਂ, ਗੱਲ ਤਾਂ ਸਮਝ ਵਿੱਚ ਆ ਜੇ ਕਿ ਬਿਮਾਰੀ ਮੂਲ ਪਕੜ ਦੇ ਵਿੱਚ ਤੇ ਆ ਜਾਵੇ, ਤੁਸੀਂ ਬਿਮਾਰੀ ਤੋਂ ਮੁਕਤ ਹੋ ਜਾਓ, ਤੁਹਾਡਾ ਭਲਾ ਹੋ ਜਾਵੇ। ਨਾਰਾਜ਼ ਹੋ ਜਾਓ ਤਾਂ ਵੀ ਕੋਈ ਗੱਲ ਨਹੀਂ, ਤਾਂ ਕਿ ਆਪਣੇ ਹੀ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਅਤੇ ਇਸ ਕਰਕੇ ਉਹ ਨਿਧੜਕ ਬੋਲਦੇ ਹਨ ਇਸ ਬਿਮਾਰੀ ਬਾਰੇ ਵੀ। ਅਤੇ ਇਹ ਜਿਹੜੀ ਬਿਮਾਰੀ ਹੈ, ਰੋਗ ਕਹਿ ਲਈਏ,
ਇਹ ਜ਼ਿਆਦਾਤਰ ਅਧਿਆਤਮ ਮਾਰਗ 'ਤੇ ਰੋਕਦਾ ਹੈ। ਐਸਾ ਨਹੀਂ ਹੈ ਵੀ ਤੁਸੀਂ ਐਸਾ ਹੁਣ ਹੀ ਕਹਿ ਰਹੇ ਹੋ ਸਕਦਾ ਪਿੱਛੇ ਵੀ ਤੁਹਾਨੂੰ ਜਾਗਰਤ ਪੁਰਸ਼ ਮਿਲੇ ਹੋਣ ਤੇ ਉੱਥੇ ਵੀ ਇਹੋ ਹੀ ਗੱਲ ਕਹੀ ਹੋਵੇਗੀ ਵੀ ਤੁਸੀਂ ਆਪਣੀ ਸਮਝ ਤੋਂ ਕੰਮ ਲਓ, ਸਮਝਦਾਰੀ ਦੇ ਨਾਲ ਜੀਓ, ਜੋ ਵੀ ਕੰਮ ਕਰੋ ਸਮਝ ਕੇ ਕਰੋ। ਤੇ ਤੁਹਾਡੇ ਕੋਲ ਗਿਆਨ ਹੈ, ਉਸ ਸਮੇਂ ਵੀ ਗਿਆਨ ਤੇ ਹੈ ਸੀ, ਸ਼ਾਸਤਰ ਤੇ ਹੈ ਨਹੀਂ ਸੀ, ਵੇਦ, ਤੇ ਉਹਨਾਂ ਨੂੰ ਪੜ੍ਹੋ, ਸੁਣੋ। ਤੇ ਐਸਾ ਸੋਚਣ ਵਾਲੇ ਜਿਹੜੇ ਹਨ ਨਾ, ਉਹ ਉਦੋਂ ਵੀ ਬਚ ਜਾਂਦੇ ਹਨ। ਸ਼ਾਇਦ ਤੁਸੀਂ ਬਚ ਕੇ ਹੀ ਆਏ ਹੋ ਕਬੀਰ ਜੀ ਕੋਲੋਂ, ਕਿਉਂਕਿ ਕਬੀਰ ਜੀ ਹੁਣ ਗਰੀਬ ਘਰਾਣੇ ਦੇ ਰਹਿਣ ਵਾਲੇ, ਘੱਟ ਪੜ੍ਹੇ ਲਿਖੇ, ਕਿਉਂਕਿ ਉਸ ਸਮੇਂ ਜਾਗਦੀ ਜਿਹੜੀ ਸਿੱਖਿਆ ਸੀ ਉਹ ਜਾਂ ਤਾਂ ਬ੍ਰਾਹਮਣਾਂ ਨੂੰ ਦਿੱਤੀ ਜਾਂਦੀ ਸੀ, ਜਾਂ ਜਿਹੜੇ ਰਾਜਨੀਤਿਕ ਲੋਕ ਅਮੀਰ ਸਨ, ਰਾਜੇ, ਉਹਨਾਂ ਦੇ ਬੱਚਿਆਂ ਨੂੰ ਦਿੱਤੀ ਜਾਂਦੀ ਸੀ। ਆਮ ਸਾਧਾਰਨ ਲੋਕ ਜਿਹੜੇ ਸਨ ਉਹਨਾਂ ਨੂੰ ਉੱਚ ਕੋਟੀ ਦੀ ਸਿੱਖਿਆ ਨਹੀਂ ਸੀ ਮਿਲਦੀ ਉਸ ਸਮੇਂ, ਅਤੇ ਬਹੁਤੇ ਪੜ੍ਹੇ ਲਿਖੇ ਨਹੀਂ ਹੋਣਗੇ। ਹੁਣ ਜਿਹੜੇ ਪੜ੍ਹੇ ਲਿਖੇ ਨਹੀਂ ਹਨ ਅਤੇ ਸਮਝਦਾਰ ਅਕਸਰ ਉਹਨਾਂ ਕੋਲ ਨਹੀਂ ਜਾਂਦਾ ਹੈ। ਖਿਆਲ ਵਿੱਚ ਰੱਖੋ, ਸਮਝਦਾਰੀ ਦਾ ਕਰਕੇ ਰੁਕਦਾ ਹੈ ਵੀ ਲੋਕ ਕੀ ਕਹਿਣਗੇ, ਵੀ ਕੰਨ ਪੜ੍ਹ ਜੁਲਾਹੇ ਕੋਲ ਤੁਰਿਆ ਜਾਂਦਾ, ਪੜ੍ਹਿਆ ਲਿਖਿਆ ਵਿਦਵਾਨ ਸਮਝਦਾਰ। ਅਤੇ ਜਿਹੜੇ ਬ੍ਰਾਹਮਣ ਸਨ ਉਹ ਬੜੇ ਪੜ੍ਹੇ ਲਿਖੇ ਸਨ, ਸ਼ਾਸਤਰਾਂ ਦੀ ਭਾਸ਼ਾ ਬੋਲਦੇ, ਫਿਰ ਵਧੀਆ ਹਿਸਾਬ ਕਿਤਾਬ ਨਾਲ ਬੋਲਦੇ, ਢੰਗ ਤਰੀਕੇ ਨਾਲ ਬੋਲਦੇ। ਢੰਗ ਤਰੀਕੇ ਨਾਲ ਬੋਲਣ ਵਾਲੇ ਨੂੰ ਸੱਭੇ ਕਹਿੰਦੇ ਹਨ, ਵੀ ਸਭਾ ਦੇ ਵਿੱਚ ਬੈਠਣ ਜੋ। ਅਤੇ ਕਬੀਰ ਜੀ ਤਾਂ ਬੇਢੰਗਾ ਬੋਲ ਰਹੇ ਸਨ, ਤਾਂ ਉਹਨਾਂ ਕੋਲ ਸਮਝਦਾਰ ਮਨੁੱਖ ਕਿਵੇਂ ਜਾਊ। ਪਰ ਉਹਨਾਂ ਕੋਲ ਹੋਰ ਕਿਸਮ ਦੀ ਸਮਝ ਹੈ। ਖਿਆਲ ਵਿੱਚ ਇਹ ਰੱਖਣ ਯੋਗ ਹੈ ਵੀ ਹੋ ਸਕਦਾ ਹੈ, ਜ਼ਿਆਦਾਤਰ ਹੁੰਦਾ ਹੈ ਵੀ ਜਿਹੜਾ ਜਾਗ ਜਾਂਦਾ ਹੈ ਨਾ ਜਾਗਰਤ ਪੁਰਸ਼, ਉਹਦੇ ਕੋਲ ਇੰਨੀ ਜ਼ਿਆਦਾ ਸਮਝ ਨਾ ਹੋਵੇ ਜੈਸੀ ਤੁਸੀਂ ਸਮਝ ਸੋਚਦੇ ਹੋ ਸੰਸਾਰਿਕ ਢੰਗ ਨਾਲ। ਇੰਨੀਆਂ ਵਧੀਆ ਉਹ ਗੱਲਾਂ ਨਾ ਕਰ ਸਕੇ, ਇੰਨੇ ਜ਼ਿਆਦਾ ਸ਼ਬਦ ਨਾ ਜਾਣ ਸਕਦਾ ਹੋਵੇ, ਇੰਨੀ ਭਾਸ਼ਾ ਨਾ ਜਾਣ ਸਕਦਾ ਹੋ ਸਕਦਾ। ਪਰ ਫਿਰ ਵੀ ਉਹ ਐਸਾ ਵਿਅਕਤੀ ਹੈ ਜਿਹਨੇ ਇੱਕ ਸਮਝ ਤੋਂ ਪਾਰ ਵੀ ਇੱਕ ਜਿਹੜੀ ਸਮਝ ਹੈ ਨਾ ਉਹਨੂੰ ਪਾ ਲਿਆ। ਜਿਵੇਂ ਕਹਿ ਲਿਆ, ਕਹਿੰਦੇ ਹਨ ਕਬੀਰ ਜੀ ਵੀ ਉਹ ਸਨਾਤਨ ਮਨ ਨੂੰ, ਪੁਰਾਤਨ ਮਨ ਨੂੰ, ਉਹਨੂੰ, ਪਰ ਉਹ ਸਮਝ ਇਸ ਸਮਝ ਨੂੰ ਛੱਡ ਕੇ ਆਉਂਦੀ ਹੈ। ਪਰ ਇਸ ਸਮਝ ਦੇ ਵਿੱਚ ਜਿਹੜਾ ਜੀਣ ਵਾਲਾ ਹੈ ਉਹ ਤਾਂ ਇਹ ਵੀ ਕਹੂਗਾ ਨਾ ਵੀ ਇਹ ਦੇਖੋ, ਜਿਨ੍ਹਾਂ ਨੂੰ ਕਿੰਨੀ ਸਮਝ ਹੀ ਨਹੀਂ ਹੈ, ਬੋਲਣ ਦਾ ਕੋਈ ਤਰੀਕਾ ਨਹੀਂ ਹੈ, ਢੰਗ ਨਹੀਂ ਹੈ, ਗੱਲ ਕਰਨ ਦੀ, ਕਥਾ ਕਰਨ ਦੀ, ਕੋਈ ਵਿਚਾਰ ਦੀ, ਉਹਨਾਂ ਵੱਲ ਨੂੰ ਜਾਣਾ ਨਾ। ਸਮਝਦਾਰੀ ਵਰਤੋ। ਮਨ ਇਮੋਸ਼ਨਲ ਹੈ, ਕਿਤੇ ਉਹਨਾਂ ਦੀਆਂ ਗੱਲਾਂ ਸੁਣ ਕੇ ਪਿੱਛੇ ਨਾ ਲੱਗ ਜਾਵੇ। ਆਪਣੀ ਬੁੱਧੀ ਨਾਲ ਵਿਚਾਰ ਕੇ ਸਮਝ ਕੇ ਫੈਸਲੇ ਲਓ। ਅਗਰ ਤੁਸੀਂ ਬੁੱਧੀ ਨਾਲ ਵਿਚਾਰ ਕੇ ਸਮਝ ਨਾਲ ਹੀ ਆਪਣੇ ਮਨ ਨੂੰ ਰੋਕ ਸਕਦੇ ਹੁੰਦੇ
ਤੇ ਰੋਕ ਲਿਆ ਹੁੰਦਾ, ਫਿਰ ਮੈਨੂੰ ਸੁਣਨ ਦੀ ਤੇ ਲੋੜ ਨਹੀਂ ਸੀ। ਉਪਦੇਸ਼ ਤੇ ਤੁਹਾਡੇ ਕੋਲ ਮੌਜੂਦ ਹੀ। ਸਮਝਦਾਰੀ ਦੇ ਨਾਲ ਤੁਸੀਂ ਸੋਚਦੇ ਹੋ, ਮਨ ਨੂੰ ਰੋਕ ਲਓਗੇ। ਪਹਿਲੀ ਗੱਲ ਤੇ ਤੁਹਾਨੂੰ ਫਰਕ ਦਾ ਹੀ ਨਹੀਂ ਪਤਾ ਲੱਗੇਗਾ ਮਨ ਤੇ ਬੁੱਧੀ। ਅਗਰ ਫਰਕ ਦਾ ਪਤਾ ਵੀ ਲੱਗ ਜਾਵੇ ਫਿਰ ਵੀ ਤੁਸੀਂ ਬੁੱਧੀ ਦੁਆਰਾ ਮਨ ਨੂੰ ਰੋਕ ਲਓਗੇ। ਕਦੀ ਰੋਕਿਆ ਹੈ? ਮੈਨੂੰ ਨਹੀਂ ਉਮੀਦ ਹੋਊਗੀ ਵੀ ਇਸ ਬੰਦੇ ਨੇ ਰੋਕਿਆ ਹੋਵੇ ਕਦੇ ਮਨ। ਜਿਹੜੇ ਰੋਕਦੇ ਹਨ ਉਹ ਦੱਸਦੇ ਹਨ ਵੀ ਰੁਕਦਾ ਨਹੀਂ ਹੈ ਮਨ। ਲੱਖ ਕੋਸ਼ਿਸ਼ ਕਰੋ ਇੱਕ ਵਿਚਾਰ ਨੂੰ ਹਟਾਉਣ ਦੀ, ਉਹ ਹੀ ਨਹੀਂ ਹਟਦਾ। ਕਰ ਲਓ ਯਤਨ, ਕਿੱਥੇ ਰੁਕਦਾ। ਜਿਹੜੇ ਯਤਨ ਕਰ ਕਰਕੇ ਹਾਰ ਗਏ ਸੀ ਨਾ, ਉਹੋ ਹੀ ਆਏ ਸੀ, ਡਿੱਗੇ ਸੀ ਗੁਰੂਆਂ ਦੇ ਦਰ 'ਤੇ। ਅਤੇ ਉਹਨਾਂ ਨੇ ਕੀ ਕਿਹਾ ਸੀ ਆਣ ਕੇ ਵੀ ਆਹ ਬੁੱਧੀ ਤੁਹਾਡੇ ਅੱਗੇ ਸਮਰਪਿਤ, ਬੁੱਧੀ ਹੀ ਸਮਰਪਣ ਕਰਨੀ ਹੈ। ਦਰਅਸਲ ਜਿਵੇਂ ਮੈਂ ਅਕਸਰ ਕਹਿੰਦਾ ਹਾਂ ਨਾ ਵੀ ਜਿਹੜਾ ਸੰਸਾਰ ਨੂੰ ਚੰਗੀ ਤਰ੍ਹਾਂ ਭੋਗ ਲਵੇ, ਜਾਣ ਲਵੇ, ਤੋਂ ਮੁਕਤ ਹੋ ਜਾਂਦਾ ਹੈ ਸੰਸਾਰ ਤੋਂ। ਅਕਸਰ ਤੁਸੀਂ ਦੇਖਿਆ ਹੀ, ਜਿਹਨੂੰ ਜਾਣ ਲਓ ਤੁਸੀਂ ਉਹਦੇ ਤੋਂ ਬੇਰਸੀ ਪੈਦਾ ਹੋ ਜਾਂਦੀ। ਸੰਸਾਰ ਨੂੰ ਜਾਣ ਲਿਆ ਤੇ ਬੇਰਸੀ ਪੈਦਾ ਹੋਊ, ਮੁਕਤ ਹੋਵੋਗੇ। ਇੱਦਾਂ ਹੀ ਬੁੱਧੀ ਦਾ ਜਿਹੜਾ ਪੂਰਾ ਪੂਰਾ ਉਪਯੋਗ ਕਰ ਲੈਂਦਾ ਹੈ ਨਾ, ਕੋਸ਼ਿਸ਼ ਕਰ ਲੈਂਦਾ ਹੈ ਬੁੱਧੀ ਨਾਲ, ਪੂਰੀ ਯਤਨ ਕਰ ਲੈਂਦਾ ਹੈ ਮਨ ਨੂੰ ਰੋਕਣ ਦੀ, ਅਤੇ ਹਾਰ ਜਾਂਦਾ ਹੈ। ਅਤੇ ਹਾਰ ਪਰਿਓ ਸੁਆਮੀ ਕੇ ਦੁਆਰੇ। ਜਿਹੜਾ ਹਾਰ ਜਾਂਦਾ ਹੈ ਨਾ, ਉਹੋ ਹੀ ਡਿੱਗਦਾ ਹੈ ਆਣ ਕੇ ਚਰਨਾਂ 'ਤੇ ਟਹਿ ਪੈਂਦਾ। ਫਿਰ ਉਹਨੂੰ ਹੀ ਸਤਿਗੁਰੂ ਜਿਹੜੇ ਹਨ ਵਿਵੇਕ ਬੁੱਧੀ ਦਿੰਦੇ। ਆਪਣੀ ਬੁੱਧੀ, ਆਪਣੀ ਸਮਝ, ਆਪਣੀ ਸਮਝ, ਆਪਣੀ ਸਮਝ।